दुनिया प्राइम टाइम शो लैके असीं तुहाडी सेवा च हो गए जी हाज़र। मैं हरजीत सिंह गिल टोरंटो स्टूडियो तो ते मेरे नाल प्रोफैसर जगीर सिंह कालों जुड़ गए ने। दूजे पासे कुछ एक गल्लां बातां तुहाडे नाल करनियां ने। 8 वजे प्रोग्राम का दूजा हिस्सा भी पेश करांगे जिहदे विच साडे नाल सुशील दोसांझ जी जुड़दे ने। सब तो पहलां प्रोफैसर साहब तुहाडा स्वागत जी। जी आयां नूं। बहुत मेहरबानी जी। प्रोफैसर साहब डिबेट हुई है राती, तुसीं भी वेखी होगी। हर व्यक्ति जिहड़ा इंटरस्ट लै रहा। आपां कल गल कर रहे सीगे कि डिबेट दे उत्ते बहुत कुछ जिहड़ा वा वो निर्धारित है कि लोग अपना मन की बनाउंदे ने और बहुत सारे सवालों के जवाब लोगों नूं मिले भी होणगे और कुछ लोग डिबेट तो निराश भी होए होणगे। जिहड़ी डिबेट तुसीं भी वेखी आ, मैं भी वेखी आ, बहुत होर सारे लोकां दोस्तां ने वेखी आ। इस डिबेट का की असर होया? अगर फौरी तौर पर कुछ कहा जा सकता है कि इसका कोई बहुत ज़्यादा वड्डा असर जिहड़ा वो लोक मनां ते अज पैंदा दिखिया होवे? ਗਿੱਲ ਸਾਹਿਬ, ਜਿਵੇਂ ਐਤਕਾਂ ਦੀ ਇਲੈਕਸ਼ਨ ਠੰਡੀ ਤੇ ਮੱਠੀ ਆ ਨਾ, ਇਸੇ ਤਰ੍ਹਾਂ ਜਿਹੜੀ ਡਿਬੇਟ ਹੈਗੀ ਆ ਇਹ ਵੀ ਜਿਹੜੇ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਡਿਬੇਟਸ ਹੁੰਦੀਆਂ ਰਹੀਆਂ ਆ ਉਹਨਾਂ ਦੇ ਮੁਕਾਬਲੇ ਇਹ ਡਿਬੇਟ ਜਿਹੜੀ ਆ ਉਹ ਠੰਡੀ ਜਿਹੀ ਲੱਗਦੀ ਆ। ਤੇ ਕੋਈ ਇਹਦੇ 'ਚ ਜਿੱਦਾਂ ਹੁੰਦਾ ਨਾ ਵੀ ਡਿਬੇਟ ਦੇ ਵਿੱਚ ਕੋਈ ਲੀਡਰ ਜਿਹੜਾ ਉਹ ਉੱਭਰ ਕੇ ਸਾਹਮਣੇ ਆਉਂਦਾ ਆ, ਉਹਦੇ ਵਿੱਚ ਮੈਨੂੰ ਲੱਗਦਾ ਬਈ ਕੋਈ ਲੀਡਰ ਜਿਹੜਾ ਉਹ ਉੱਭਰ ਕੇ ਸਾਹਮਣੇ ਨਹੀਂ ਆਇਆ। ਤਾਂ ਇਹ ਕੋਸ਼ਿਸ਼ ਹੁੰਦੀ ਰਹੀ ਆ ਕਿ ਜਿਹੜੇ ਕੰਸਰਵੇਟਿਵ ਔਰ ਐਨਡੀਪੀ ਆ ਇਹ ਕੋਸ਼ਿਸ਼ ਕਰਦੇ ਰਹੇ ਆ ਬਈ ਟਰੂਡੋ ਜਿਹੜੇ ਇਸ ਵੇਲੇ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਨੇ ਸਰਕਾਰ ਚਲਾਈ ਆ 2 ਸਾਲ, ਵੀ ਉਹਨਾਂ ਨੂੰ ਘੇਰਿਆ ਜਾਵੇ। ਤੇ ਇਹ ਵੀ ਜਿਹੜੇ ਆ ਜਿੱਦਾਂ ਹੁਣ ਕੰਸਰਵੇਟਿਵ ਦੇ ਐਰਨ ਟੂਲ ਹੈਗੇ ਆ ਉਹ ਵੀ ਕੋਈ ਬਹੁਤੀ ਆਪਣੀ ਜਿਹੜੀ ਆ ਨਾ ਕਾਰਗੁਜ਼ਾਰੀ ਦਿਖਾ ਨਹੀਂ ਸਕੇ। ਉਹ ਬਸ ਹਾਰ ਪਰ ਕਰਦੇ ਰਹੇ ਆ, ਜਿੱਦਾਂ ਕਿ ਮਤਲਬ ਆਪਣੀ ਕੋਈ ਪਰਸਨੈਲਿਟੀ ਉਹਨਾਂ ਦੀ ਜਿਹੜੀ ਆ ਉਹ ਇਸ ਕਿਸਮ ਦੀ ਨਾ ਹੋਵੇ। ਤੇ ਉਹ ਜਿੱਦਾਂ ਹੁੰਦਾ ਨਾ ਵੀ ਮੱਝ ਦੇ ਪਿਛਲੇ ਸਾਲ ਦੇ ਸੂਏ ਤੇ ਹੀ ਮਤਲਬ ਡਿਪੈਂਡ ਕਰਨਾ, ਇਸ ਕਿਸਮ ਦਾ ਉਹਨਾਂ ਦਾ ਪ੍ਰਭਾਵ ਬਣਿਆ। ਔਰ ਜਿਹੜੇ ਕੁਬੈਕ ਦੇ ਲੀਡਰ ਹੈਗੇ ਆ ਉਹ ਇਸ ਗੱਲ ਤੇ ਹੀ ਰਹੇ, ਉਹਨਾਂ ਨੇ ਮਤਲਬ ਕੋਈ ਫੈਡਰਲ ਲੈਵਲ ਦੀਆਂ ਗੱਲਾਂ ਬਹੁਤੀਆਂ ਕੀਤੀਆਂ ਹੀ ਨਹੀਂ। ਉਹ ਕੁਬੈਕ ਦੀਆਂ ਹੀ ਗੱਲਾਂ ਜਿਹੜੀਆਂ ਉਹ ਆਪਣੇ ਇੱਕ ਸੂਬੇ ਦੀਆਂ ਹੀ ਗੱਲਾਂ ਜਿਹੜੀਆਂ ਉਹ ਜ਼ਿਆਦਾ ਕਰਦੇ ਰਹੇ ਆ। ਤੇ ਇਸੇ ਤਰ੍ਹਾਂ ਜਗਮੀਤ ਸਿੰਘ ਹੋਰੀ ਜਿਹੜੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਸੀਗਾ, ਕਾਨਫੀਡੈਂਸ ਸੀਗਾ। ਉਹ ਕਾਨਫੀਡੈਂਸ ਉਹਨਾਂ ਦਾ ਬੋਲਦਾ ਸੀਗਾ। ਪਰੰਤੂ ਉਹ ਵੀ ਕੋਈ ਏਡੀ ਵੱਡੀ ਗੱਲ ਨਹੀਂ ਕਿ ਉਹ ਹੁਣ ਵੋਟਾਂ ਦੀ ਪਰਸੈਂਟੇਜ ਦੇ ਵਿੱਚ ਕੋਈ ਬਹੁਤ ਵੱਡਾ ਡੈਂਟ ਪੈ ਜਾਏਗਾ ਉਹਨਾਂ ਦਾ, ਮਤਲਬ ਇਹ ਪ੍ਰਭਾਵ ਕਬੂਲ ਕਰਕੇ। ਤੇ ਬਾਕੀ ਜਿਹੜੀ ਗ੍ਰੀਨ ਪਾਰਟੀ ਦੀ ਲੀਡਰ ਹੈਗੀ ਆ ਉਹ ਜ਼ਿਆਦਾ ਮਤਲਬ ਉਹਨੇ ਆਪਣੇ ਆਪ ਨੂੰ ਜਿਹੜੇ ਪਰਸਨਲ ਹੁੰਦਾ ਹੈਗਾ ਕਿ ਵੀ ਉਹਦੀ ਲਾਈਫ ਕਿੱਦਾਂ ਦੀ ਆ, ਪੇਰੈਂਟਸ, ਗ੍ਰੈਂਡ ਪੇਰੈਂਟਸ ਵਗੈਰਾ, ਉਹ ਵੀ ਉਹਦੇ ਉੱਤੇ ਕੇਂਦਰਿਤ ਰਹੀ ਹੈਗੀ ਆ। ਟਰੂਡੋ ਨੂੰ ਜਿੰਨਾ ਘੇਰਨ ਦਾ ਯਤਨ ਕੀਤਾ ਗਿਆ ਜਾਂ ਜਿਸ ਕਿਸਮ ਦੀਆਂ ਕਿਆਸਰ ਆਈਆਂ ਸੀਗੀਆਂ ਉਸ ਕਿਸਮ ਦੀ ਘੇਰਾਬੰਦੀ ਨਹੀਂ ਕੀਤੀ ਜਾ ਸਕੀ। ਉਹਦਾ ਇੱਕੋ ਹੀ ਜਿਹੜਾ ਡਿਫੈਂਸ ਕਰਨ ਵਾਲਾ ਮਸਲਾ ਸੀਗਾ ਕਿ ਬਈ ਜਿਹੜੀ ਚੋਣ ਹੈਗੀ ਆ ਉਹ ਬਹੁਤ ਪਹਿਲਾਂ ਡਿਕਲੇਅਰ ਕਰ ਦਿੱਤੀ ਗਈ ਆ। ਸੋ ਓਵਰਆਲ ਮੈਨੂੰ ਲੱਗਦਾ ਇਹ ਆ ਕਿ ਇਹ ਜਿਹੜੀ ਡਿਬੇਟ ਹੈਗੀ ਆ ਇਹਦਾ ਵੋਟਰਾਂ ਦੇ ਮਨ ਦੇ ਉੱਤੇ ਕੋਈ ਬਹੁਤਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਡਿਬੇਟ ਜਿਹੜੀ ਆ ਉਹ ਠੰਡੀ ਰਹੀ ਆ ਤੇ ਕੋਈ ਵੀ ਲੀਡਰ ਜਿਹੜਾ ਹੈਗਾ ਉਹ ਇਸ ਤਰ੍ਹਾਂ ਉੱਭਰ ਕੇ ਸਾਹਮਣੇ ਨਹੀਂ ਆਇਆ। ਬਾਕੀ ਆਪਣੇ ਹਿਸਾਬ ਨਾਲ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੇ ਉਠਾਉਣ ਦਾ ਯਤਨ ਕੀਤਾ ਆ। ਪਰ ਜਿੱਦਾਂ ਹੁੰਦਾ ਨਾ ਵੀ ਡਿਬੇਟ ਦੇ ਵਿੱਚ ਕੋਈ ਲੀਡਰ ਉੱਭਰ ਕੇ ਆ ਜਾਂਦਾ ਤੇ ਉਹਦੇ ਨਾਲ ਉਹਨਾਂ ਦੀ ਪਾਰਟੀ ਪੋਜੀਸ਼ਨ ਜਿਹੜੀ ਹੈਗੀ ਆ ਉਹਦੇ 'ਚ ਤਬਦੀਲੀ ਆ ਜਾਂਦੀ ਆ। ਇੱਦਾਂ ਦੀ ਮੈਨੂੰ ਕੋਈ ਗੱਲ ਨਹੀਂ ਲੱਗੀ। ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆ ਰਹੇ ਸੀਗੇ ਕਾਨੋ ਸਾਹਿਬ ਕਿ ਜਿਹੜੀ ਕੰਸਰਵੇਟਿਵ ਪਾਰਟੀ ਆ ਉਹਦਾ ਗ੍ਰਾਫ ਉੱਪਰ ਜਾ ਰਿਹਾ ਸੀ ਕਈ ਕਾਰਨਾਂ ਕਰਕੇ। ਤੁਹਾਨੂੰ ਕੀ ਲੱਗਦਾ ਹੈ ਕਿ ਆਰਨੋਲਡ ਟੂਲ ਦੇ ਹੁਣ ਜਿਹੜੀ ਕੱਲ ਡਿਬੇਟ ਹੈ, ਕੱਲ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਜਾਂ ਜਿਹੜੇ ਉਹਨਾਂ ਦੇ ਕੁਐਸਚਨ ਕਰਨ ਦਾ ਢੰਗ ਸੀ ਜਾਂ ਜਿੱਦਾਂ ਇੱਕ ਅਗਰੈਸਿਵ ਲੀਡਰ ਦਾ ਹੁੰਦਾ ਉਹੋ ਜਿਹਾ ਕੋਈ ਦਿਖਿਆ ਨਹੀਂ, ਮੈਨੂੰ ਤਾਂ ਨਹੀਂ ਦਿਖਿਆ ਘੱਟੋ ਘੱਟ। ਤੇ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਲਗਾਤਾਰ ਉਹਨਾਂ ਦੀ ਪਾਪੂਲੈਰਿਟੀ ਕੰਜ਼ਰਵੇਟਿਵ ਦੀ ਵੱਧ ਰਹੀ ਸੀ ਕਈ ਕਾਰਨਾਂ ਕਰਕੇ। ਔਰ ਟਰੂਡੋ ਸਾਹਿਬ ਘਿਰ ਰਹੇ ਸੀ ਕਿ ਇਲੈਕਸ਼ਨ ਕਿਉਂ ਡਿਕਲੇਅਰ ਕੀਤੀ। ਆਪਾਂ ਵੀ ਸਵਾਲ ਉਠਾਉਂਦੇ ਰਹੇ ਹਾਂ ਕਿ ਜ਼ਰੂਰਤ ਨਹੀਂ ਸੀ, ਅਜੇ ਟਾਈਮ ਕੱਢ ਲੈਣਾ ਚਾਹੀਦਾ ਸੀ ਇਹਨਾਂ ਨੂੰ। ਇਹ ਜਿਹੜਾ ਮਹਾਮਾਰੀ ਦਾ ਦੌਰ 'ਚੋਂ ਆਪਾਂ ਨਿਕਲ ਰਹੇ ਹਾਂ, ਇਹਦੇ ਹੋਰ ਬੋਝ ਨਹੀਂ ਸੀ ਲੋਕਾਂ ਦੇ ਸਿਰ ਤੇ ਪੈਣਾ ਚਾਹੀਦਾ। ਉਹ ਚੀਜ਼ਾਂ ਨੂੰ ਲੈ ਕੇ ਕਾਫੀ ਉਹਨਾਂ ਦੀ ਪਾਪੂਲੈਰਿਟੀ ਪਿਛਲੇ ਦਿਨਾਂ 'ਚ ਘਟ ਰਹੀ ਸੀਗੀ। ਪਰ ਮੈਨੂੰ ਹੁਣ ਐਂ ਲੱਗਦਾ ਹੈ ਕਿ ਜਿੱਦਾਂ
ਕੋਈ ਵੀ, ਜਿਵੇਂ ਤੁਸੀਂ ਵੀ ਦੱਸਿਆ ਕਿ ਕੋਈ ਵੀ ਲੀਡਰ ਕੋਈ ਇਹੋ ਜਿਹਾ ਇੰਪੈਕਟ ਨਹੀਂ ਪਾ ਸਕਿਆ ਵੋਟਰਾਂ ਤੇ ਕਿ ਇੱਕਦਮ ਕੋਈ ਟਿਲਟ ਹੋ ਜਾਣੀ ਆ ਵੋਟ। ਮੈਨੂੰ ਹੁਣ ਇਹ ਲੱਗਦਾ ਆ ਕਿ ਜਿੱਦਾਂ ਉਹਨਾਂ ਨੇ ਦੱਸ ਵੀ ਦਿੱਤਾ ਕਿ ਤੁਸੀਂ ਵੋਟਰ ਐਡਵਾਂਸ ਪੋਲਿੰਗ ਸ਼ੁਰੂ ਕਰ ਸਕਦੇ ਹੋ, ਉਹ ਵੀ ਤੁਸੀਂ ਮੈਨੂੰ ਦੱਸ ਦਿਓ ਥੋੜੀ ਇਸ ਤੋਂ ਬਾਅਦ ਗੱਲ ਤੋਂ। ਮੈਨੂੰ ਐਦਾਂ ਲੱਗਦਾ ਹੈ ਕਿ ਥੋੜਾ ਜਿਹਾ ਜੇ ਐਜ ਮਿਲੂਗਾ ਇਸ ਚੀਜ਼ ਦਾ ਤੇ ਟਰੂਡੋ ਸਾਹਿਬ ਨੂੰ ਮਿਲ ਸਕਦਾ ਹੈ, ਭਾਵੇਂ ਕਿ ਉਹ ਬਹੁਤ ਸਾਰਾ ਡਿਫੈਂਸਿਵ ਰਹੇ ਨੇ, ਬਹੁਤ ਡਿਫੈਂਸਿਵ ਰਹੇ ਨੇ, ਪਰ ਲੋਕ ਮਨਾਂ ਦੇ ਉੱਤੇ ਕੋਈ ਦੂਜਾ ਵਿਅਕਤੀ ਐਡਾ ਜ਼ਿਆਦਾ ਪ੍ਰਭਾਵ ਨਹੀਂ ਪਾ ਸਕਿਆ। ਖਾਸ ਕਰਕੇ ਮੈਂ ਗ੍ਰੀਨ ਪਾਰਟੀ ਬਾਰੇ ਬਹੁਤ ਸੁਣਦਾ ਹੁੰਦਾ ਸੀ ਕਿ ਉਹਨਾਂ ਦਾ এনवायरमेंट ਤੇ ਮੈਂ এনवायरमेंट ਵਾਲੀ ਸੈਗਮੈਂਟ ਉਹਦੀ ਬੜੇ ਧਿਆਨ ਨਾਲ ਵੇਖੀ, ਉਹਦੇ ਵਿੱਚ ਵੀ ਕੋਈ ਏਡੀ ਕੋਈ ਠੋਸ ਗੱਲ ਮੈਨੂੰ ਨਹੀਂ ਲੱਗੀ ਕਿ ਗ੍ਰੀਨ ਪਾਰਟੀ ਦੀ ਲੀਡਰ ਨੇ ਕੋਈ ਇੱਕ ਨਵੀਂ ਚੀਜ਼ ਦੇਤੀ ਹੋਵੇ। ਉਹੀ ਪੈਰਿਸ ਅਕੋਰਡ ਤੇ ਉਹੀ ਗੱਲਾਂ ਜਿਹੜੀਆਂ ਚੱਲਦੀਆਂ ਨੇ ਤੇ ਜਿਹੜੀਆਂ ਸਾਰੇ ਲੋਕ ਪਹਿਲਾਂ ਹੀ ਜਾਣਦੇ ਨੇ ਉਹੀ ਡਿਸਕਸ ਹੋਈਆਂ ਨੇ। ਤੇ ਮੈਨੂੰ ਇਦਾਂ ਲੱਗਦਾ ਹੈ ਕਿ ਭਾਵੇਂ ਮੈਜੋਰਟੀ ਦੇ ਨਾ ਬਣੇ ਪਰ ਥੋੜੀ ਜਿਹੀ ਪੋਜੀਸ਼ਨ ਇੰਪਰੂਵ ਹੋਊਗੀ ਆਉਣ ਵਾਲੇ ਤੇ 2-3 ਦਿਨਾਂ ਦੇ ਵਿੱਚ ਟਰੂਡੋ ਸਾਹਿਬ ਦੀ ਪਾਰਟੀ ਦੀ, ਲਿਬਰਲ ਦੀ। ਇਸ ਸੰਬੰਧੀ ਗਿੱਲ ਸਾਹਿਬ ਇਹ ਆ ਬਈ ਜਿੱਦਾਂ ਕਿਆਸਰਾਈਆਂ ਲੋਕ ਲਾਉਂਦੇ ਸੀਗੇ ਕਿ ਡਿਬੇਟ ਚੋਂ ਕੁਝ ਨਿਕਲੇਗਾ, ਉਹ ਨਿਕਲਿਆ ਕੁਝ ਨਹੀਂਗਾ, ਸਗੋਂ ਬਲਕਿ ਇਹ ਆ ਕਿ ਟਰੂਡੋ ਦੀ ਪੋਜੀਸ਼ਨ ਜਿਹੜੀ ਆ ਉਹ ਮਜ਼ਬੂਤ ਇਸ ਤਰੀਕੇ ਨਾਲ ਹੋਈ ਆ ਕਿ ਅੱਜ ਦੀ ਜਿਹੜਾ CBC ਦਾ ਸਰਵੇ ਹੈਗਾ, ਜਿਹੜੀ ਪ੍ਰੋਜੈਕਸ਼ਨ ਉਹਨਾਂ ਨੇ ਕੀਤੀ ਆ, ਉਹਦੇ ਵਿੱਚ ਕੰਸਰਵੇਟਿਵ ਜਿਹੜੇ ਆ ਉਹ 33.4 ਤੇ ਆਏ ਆ, ਮਤਲਬ ਡਾਊਨ ਗਏ ਹੈਗੇ ਆ, ਤੇ ਦੂਜੇ ਬੰਨੇ ਲਿਬਰਲ ਜਿਹੜੇ ਆ ਉਹ 31.6 ਤੇ ਅਪ ਆਏ ਹੈਗੇ ਆ, ਤੇ NDP ਆਲਮੋਸਟ ਉੱਥੇ ਹੀ ਖੜੀ ਆ 19.4 ਤੇ। ਪੀਪਲਜ਼ ਪਾਰਟੀ ਜਿਹੜੀ ਆ ਉਹ 5.9 ਤੇ ਆਈ ਆ, ਉਹ ਬਲਾਕ ਕੁਬੈਕਾ ਨੂੰ ਥੋੜੀ ਅੱਗੇ ਆ ਗਈ ਆ। ਬਲਾਕ ਕੁਬੈਕਾ ਜਿਹੜਾ ਉਹ 5.7 ਤੇ ਆ, ਤੇ ਗ੍ਰੀਨ ਪਾਰਟੀ ਜਿਹੜੀ ਆ ਉਹ 3.1 ਤੇ ਆ। ਸੋ ਇਹ ਗੱਲ ਤੁਹਾਡੀ ਜਿਹੜੀ ਆ ਮੈਨੂੰ ਵਾਜਬ ਲੱਗਦੀ ਆ ਕਿ ਕਿਉਂਕਿ ਡਿਬੇਟ ਦੇ ਵਿੱਚ ਕੋਈ ਵਿਸ਼ੇਸ਼ ਗੱਲ ਜਿਹੜੀ ਆ ਕਿਸੇ ਲੀਡਰ ਦਾ ਉਭਾਰ, ਖਾਸ ਕਰਕੇ ਟੂਲ ਦਾ ਉਭਾਰ ਜਿਹੜਾ ਹੈਗਾ ਉਹਦੀ ਸੰਭਾਵਨਾ ਸੀਗੀ ਤੇ ਉਹ ਨਹੀਂ ਹੋ ਸਕਿਆ, ਉਹ ਕੋਈ ਇੰਪੈਕਟ ਆਪਣਾ ਨਹੀਂ ਛੱਡ ਸਕੇ। ਸੋ ਇਸ ਕਰਕੇ ਲੋਕੀ ਜਿਹੜੇ ਆ ਉਹ ਅਜੇ ਵੀ ਜਿਹੜੀ ਚੁਆਇਸ ਹੈਗੀ ਆ ਬਹੁਤੇ ਲੋਕਾਂ ਕੋਲ ਉਹ ਟਰੂਡੋ ਹੀ ਹੈਗੀ ਆ, ਔਰ ਟਰੂਡੋ ਭਾਵੇਂ ਮੈਜੋਰਟੀ ਨਾ ਵੀ ਲਿਜਾ ਸਕੇ ਪਰ ਸੀਟਾਂ ਦੀ ਗਿਣਤੀ ਜਿਹੜੀ ਹੈਗੀ ਆ ਉਹਨਾਂ ਦੀ ਵੱਧ ਰਹਿਣ ਦੀ ਸੰਭਾਵਨਾ ਹੈਗੀ ਆ। ਸੋ ਆਉਣ ਵਾਲੇ ਜਿਹੜੇ ਆ 3-4 ਦਿਨ ਆ ਇਹ ਬਿਲਕੁਲ ਕਲੀਅਰ ਕਰ ਦੇਣਗੇ, ਇਹਦੇ 'ਚ ਸਪਸ਼ਟ ਹੋ ਜਾਏਗਾ। ਜਿਹੜੀ ਗੱਲ ਤੁਸੀਂ ਐਡਵਾਂਸ ਪੋਲਿੰਗ ਦੀ ਕੀਤੀ ਆ ਉਹ ਗਿੱਲ ਸਾਹਿਬ ਅੱਜ ਤੋਂ ਸ਼ੁਰੂ ਹੋ ਗਈ ਹੈਗੀ ਆ ਜੀ। 10, 11, 12, 13 ਇਹ 4 ਦਿਨ ਜਿਹੜੀ ਆ ਐਡਵਾਂਸ ਪੋਲਿੰਗ ਹੋਏਗੀ, ਔਰ ਇਹਦੇ ਵਿੱਚ ਇਲੈਕਸ਼ਨ ਕੈਨੇਡਾ ਨੇ ਵੱਖਰੇ ਜਿਹੜੇ ਹਲਕੇ ਆ ਉਹਨਾਂ ਦੇ ਵਿੱਚ ਡਿਟੇਲ ਭੇਜ ਦਿੱਤੀ ਆ ਕਿ ਬਈ ਕਿੱਥੇ ਐਡਵਾਂਸ ਪੋਲਿੰਗ ਹੋਣੀ ਆ। ਸੋ ਇਹਦੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਬਾਈ ਮੇਲ ਵੋਟ ਕਰਨੀ ਆ ਉਹ 14 ਸਤੰਬਰ ਤੱਕ ਅਪਲਾਈ ਕਰ ਸਕਦੇ ਆ। ਇਲੈਕਸ਼ਨ ਕੈਨੇਡਾ ਨੇ ਕਿਹਾ ਵੀ election.ca ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਤੇ ਬਾਕੀ ਗਿੱਲ ਸਾਹਿਬ ਅਸੀਂ ਕੱਲ ਵੀ ਥੋੜੀ ਜਿਹੀ ਗੱਲ ਕੀਤੀ ਸੀਗੀ ਕਿ ਜਿਹੜੇ ਵਲੰਟੀਅਰਸ ਪਾਰਟੀਆਂ ਭੇਜਦੀਆਂ ਆ ਉਹਨਾਂ ਦਾ ਦੇਖੋ ਕੀ ਹਾਲ ਆ। ਵੀ ਇੱਕ ਤਾਂ ਗੱਲ ਆਪਾਂ ਕੀਤੀ ਸੀਗੀ ਵੀ ਛੋਟੇ ਬੱਚਿਆਂ ਨੂੰ ਭੇਜਦੇ ਜੀ ਹਾਂ ਬਿਲਕੁਲ। ਦੂਜਾ ਇਸ਼ੂ ਇਹ ਆ, ਮੈਂ ਅੱਜ ਇੱਕ ਪਾਰਕ ਦੇ ਵਿੱਚ ਸੀਗਾ ਜਿਹੜੀ ਸਾਡੇ ਲਾਗੇ ਪਾਰਕ ਆ, ਉਹਦੇ ਵਿੱਚ ਇੱਕ ਪਾਰਟੀ ਦੇ 2-3 ਜਿਹੜੇ ਵਲੰਟੀਅਰ ਆ ਉਹ ਆਏ ਤੇ ਅਸੀਂ 3 ਜਣੇ ਇੱਕ ਬੈਂਚ ਤੇ ਬੈਠੇ ਸੀਗੇ। ਤਿੰਨਾਂ ਚੋਂ ਇੱਕ ਨੇ ਕਿਹਾ ਵੀ ਇਹ ਕਿਹੜੀ ਪਾਰਟੀ ਆ, ਵੀ ਦੱਸੋ ਸਾਨੂੰ। ਤੇ ਉਹ ਜਿਹਨੇ ਪੁੱਛਿਆ ਸੀ ਨਾ ਉਹਨੂੰ ਉਹਨਾਂ ਨੇ ਉਹਦਾ ਜਿਹੜਾ ਪਲੈਕਰਡ ਜਿਹਾ ਦੇਤਾ ਤੇ ਨਾਲ ਹੀ ਪੁੱਛਦੇ ਵੀ ਤੁਸੀਂ ਫਿਰ ਇਹਨਾਂ ਨੂੰ ਵੋਟ ਪਾਓਗੇ। ਤੇ ਅਸੀਂ ਨਾਲ ਜਿਹੜੇ 2 ਜਣੇ ਬੈਠੇ ਸੀਗੇ ਸਾਡੇ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਤੇ ਫਿਰ ਮੈਂ ਨੋਟ ਕਰਦਾ ਰਿਹਾ ਵੀ ਉਹ ਨਾ ਸਿਲੈਕਟਡ ਲੋਕਾਂ ਕੋਲ ਜਾਂਦੇ ਸੀਗੇ, ਜਿੱਦਾਂ ਇਦਾਂ ਕਹਿ ਲਓ ਵੀ ਇੱਕ ਰਸਮ ਜੀ ਪੂਰੀ ਕਰ ਰਹੇ ਹੈਗੇ ਆ। ਉਹਨਾਂ ਦੇ ਵਿੱਚ ਨਾ ਕੋਈ ਉਤਸ਼ਾਹ ਆ ਤੇ ਨਾ ਹੀ ਇਹ ਆ ਵੀ ਸਾਡੀ ਪਾਰਟੀ ਦਾ ਪ੍ਰਚਾਰ ਪੂਰਾ ਹੋ ਸਕੇ। ਤੇ ਆਮ ਤੌਰ ਤੇ ਜਦੋਂ ਇਹ ਹੁੰਦਾ ਹੈਗਾ, ਸਾਨੂੰ ਇਲੈਕਸ਼ਨਾਂ ਦਾ ਪਤਾ ਆ ਕਿ ਜਿਹੜਾ ਇਲੈਕਸ਼ਨ ਲੜਨ ਵਾਲਾ ਆ ਉਹ ਹਰ ਵੋਟਰ ਨੂੰ ਪਹੁੰਚ ਕਰਨ ਦਾ ਯਤਨ ਕਰਦਾ ਆ ਕਿ ਜਿਹੜੇ ਪਾਰਕ 'ਚ ਲੋਕ ਬੈਠੇ ਆ ਉਹਦੇ ਲਗਭਗ ਉਹਨਾਂ ਲਈ ਤਾਂ ਵੋਟਰ ਹੀ ਆ ਜਿਹੜੇ ਰਿਜ਼ਲਟ ਨੇ। ਤੇ ਉਹ ਮੇਰਾ ਮਤਲਬ ਬੱਦੋ ਰੁੱਦੀ ਵਾਲਾ ਜਿੱਦਾਂ ਕੰਮ ਹੁੰਦਾ ਨਾ, ਮੈਂ ਉਹਨਾਂ ਨੂੰ ਸਵਾਲ ਤਾਂ ਨਹੀਂ ਕੋਈ ਵੀ ਕੀਤਾ ਪਰ ਮੈਂ ਓਬਜ਼ਰਵ ਕੀਤਾ ਕਿ ਬਈ ਉਹਨਾਂ ਦੇ ਵਿੱਚ ਕੋਈ ਉਤਸ਼ਾਹ ਨਹੀਂ ਹੈ। ਔਰ ਕਿਉਂਕਿ ਉਹ ਜਿੱਦਾਂ ਹੁੰਦੇ ਨਾ
ਵੀ ਅਸੀਂ ਤਾਂ ਜੀ ਪਹਾੜੇ ਤੇ ਆਏ ਆ ਜਾਂ ਸਾਡਾ ਕੋਈ ਇੰਟਰਸਟ ਹੈਗਾ ਇਹਦੇ 'ਚ। ਸੋ ਇਸ ਕਿਸਮ ਦਾ ਜੀ ਜਿੱਦਾਂ ਇਲੈਕਸ਼ਨ ਠੰਡੀ ਆ, ਉੱਦਾਂ ਹੀ ਫਿਰ ਵਲੰਟੀਅਰ ਜਿਹੜੇ ਹੈਗੇ ਉਹ ਵੀ ਠੰਡੇ ਆ ਜੀ। ਬਿਲਕੁਲ। ਪ੍ਰੋਫੈਸਰ ਸਾਹਿਬ, ਦੂਜੀ ਆਪਾਂ ਥੋੜੀ ਜੀ ਗੱਲ ਕਰ ਲਈਏ। ਪੰਜਾਬ 'ਚ ਅੱਜ ਇੱਕ ਬੜਾ ਵੱਡਾ ਘਟਨਾਕ੍ਰਮ ਹੋਇਆ। ਚਲੋ ਇਲੈਕਸ਼ਨ ਦੀ ਗੱਲ ਅਜੇ ਚੱਲਦੀ ਰਹਿਣੀ ਆ, ਔਰ ਇਹ ਵੀਕਐਂਡ ਤੋਂ ਬਾਅਦ ਜਿਹੜੇ ਹੁਣ ਸਰਵੇ ਆਉਣੇ ਆ, ਖਾਸ ਕਰਕੇ ਨੈਨੋ ਸਰਵੇ ਵਗੈਰਾ ਇੱਥੇ ਆਉਂਦੇ ਨੇ, ਜਿਹੜੇ ਲੋਕੀ ਕਾਫੀ ਉਹਨਾਂ ਨੂੰ ਨੀਝ ਨਾਲ ਵੇਖਦੇ ਨੇ, ਉਹਨਾਂ ਤੋਂ ਸਾਨੂੰ ਸੋਮਵਾਰ ਤੱਕ ਕਾਫੀ ਕੁਝ ਕਲੀਅਰ ਹੋ ਜਾਣਾ ਆ ਕਿ ਅਗਲੀ ਸਰਕਾਰ ਕਿਹੜੀ ਬਣ ਰਹੀ ਹੈ, ਕਿਹੋ ਜੀ ਬਣ ਰਹੀ ਹੈ। ਲੋਕਾਂ ਨੂੰ ਥੋੜਾ ਜਿਹਾ ਇਹਦੇ ਬਾਰੇ ਲੋਕਾਂ ਨੇ ਖੁੱਲ੍ਹ ਕੇ ਆਪਣੀ ਰਾਏ ਪ੍ਰਗਟ ਕਰਨੀ ਸ਼ੁਰੂ ਕਰ ਦੇਣੀ, ਕਿਉਂਕਿ ਡਿਬੇਟ ਤੇ ਹੁਣ ਕੋਈ ਹੋਰ ਹੋਣੀ ਨਹੀਂ, ਤੇ ਔਰ ਇਸ ਡਿਬੇਟ ਨੇ ਹੀ ਫੈਸਲਾ ਕਰਨਾ ਆ ਕਿ ਲੋਕ ਰਾਏ ਕੀ ਬਣਦੀ ਆ। ਤੇ ਹੁਣ ਜਿਹੜੇ ਸਰਵੇ ਆਉਣਗੇ ਉਹ ਕਾਫੀ, ਇੱਥੇ ਸਰਵੇ ਜਿਹੜੇ ਆ ਨਾ ਜੀ, ਉਹਨਾਂ ਦਾ ਇੰਪੈਕਟ ਵੀ ਹੁੰਦਾ ਲੋਕਾਂ ਦੇ ਉੱਤੇ, ਔਰ ਕਾਫੀ ਮਾਡਰਨ ਟੈਕਨੀਕ ਨਾਲ ਲੈ ਜਾਂਦੇ ਆ, ਔਰ ਇੰਡੀਆ ਵਾਂਗੂ ਨਹੀਂਗਾ, ਥੋੜਾ ਜਿਹਾ ਰਿਐਲਿਟੀ ਦੇ ਨੇੜੇ ਵੀ ਹੁੰਦੇ ਆ। ਹਾਲਾਂਕਿ ਉਹਦੇ ਵਿੱਚ ਵੀ ਸਪੈਕੂਲੇਸ਼ਨ ਤੇ ਹੁੰਦੀਆਂ ਹੀ ਨੇ, ਪਰ ਫਿਰ ਵੀ ਕੁਛ ਨਾ ਕੁਛ ਉਹਨਾਂ ਦੇ ਵਿੱਚ ਹੁੰਦਾ ਜਿਹਨੂੰ ਵੇਖ ਕੇ ਲੋਕ ਹੋਰ ਪ੍ਰਪੱਕ ਤੌਰ ਤੇ ਆਪਣੇ ਜਿਹੜੇ ਮਨ ਹੈ ਉਹ ਬਣਾਉਂਦੇ ਨੇ। ਮੈਨੂੰ ਲੱਗਦਾ ਹੈ ਕਿ ਇਸ ਵੀਕਐਂਡ ਤੋਂ ਬਾਅਦ ਕਾਫੀ ਚੀਜ਼ਾਂ ਸਾਡੇ ਸਾਹਮਣੇ ਨਿਖਰ ਕੇ ਸਾਹਮਣੇ ਜਿਹੜੀਆਂ ਨੇ ਉਹ ਆ ਜਾਣਗੀਆਂ। ਹੁਣ ਦੂਜੇ ਵਿਸ਼ੇ ਵੱਲ ਆਪਾਂ ਵਧਦੇ ਹਾਂ। ਭਾਰਤ ਵਿੱਚ ਅੰਦੋਲਨ ਕਿਸਾਨਾਂ ਦਾ ਜਿਹੜਾ ਜੀ, ਉਹਨੇ ਨੱਕ 'ਚ ਦਮ ਕੀਤਾ ਹੋਇਆ ਪੋਲੀਟੀਕਲ ਪਾਰਟੀਆਂ ਦੇ। ਕਈ ਸਟੇਟਾਂ 'ਚ ਤੇ ਇਦਾਂ ਲੱਗ ਰਿਹਾ ਜਿੱਥੇ ਜਿੱਥੇ ਅੰਦੋਲਨ ਦਾ ਜ਼ੋਰ, ਉੱਥੇ ਸਰਕਾਰ ਹੀ ਕਿਸਾਨਾਂ ਦੀ ਆ। ਭਾਵੇਂ ਕਿਸਾਨ ਬੜੇ ਸਖਤ ਪ੍ਰੀਖਿਆ ਦੇ ਦੌਰ 'ਚੋਂ ਨਿਕਲ ਰਹੇ ਆ ਕਿ ਇਹੋ ਜੀ ਗਰਮੀ 'ਚ ਉਹ ਸੜਕਾਂ, ਤਪਦੀਆਂ ਸੜਕਾਂ ਤੇ ਬੈਠੇ ਨੇ, ਕੋਈ ਸ਼ੈਲਟਰ ਨਹੀਂ ਆ, ਤੇ ਕੋਈ ਖਾਣ ਲਈ ਕੋਈ ਪ੍ਰੋਪਰ ਭੋਜਨ ਨਹੀਂ ਆ। ਲੰਗਰ ਆ ਗਿਆ ਤੇ ਛਕ ਲਿਆ, ਨਹੀਂ ਤੇ ਮਸਤ ਮਲੰਗ। ਤੇ ਜਿਸ ਤਰੀਕੇ ਨਾਲ ਉਹਨਾਂ ਦਾ ਸਿਰੜ ਹੈ, ਦ੍ਰਿੜਤਾ ਹੈ, ਤੇ ਜਿਸ ਤਰੀਕੇ ਨਾਲ ਉਹ ਜੰਮ ਕੇ ਬੈਠੇ ਹੋਏ ਕਿ ਮੰਗਾਂ ਤੋਂ ਜਾਂ ਮੌਤ ਹੈ ਤੇ ਜਾਂ ਮੰਗਾਂ ਨੇ, ਇਹ ਤੋਂ ਇਲਾਵਾ ਕੋਈ ਵਿੱਚ ਵਿਚਾਲੇ ਦਾ ਰਾਸਤਾ ਨਹੀਂ ਆ। ਉਸ ਚੀਜ਼ ਨੂੰ ਵੇਖ ਕੇ ਜਿਹੜੀਆਂ ਹੁਕਮਰਾਨ ਪਾਰਟੀਆਂ ਨੇ, ਜਿਨ੍ਹਾਂ ਨੇ ਅੱਜ ਨਹੀਂ ਤੇ ਕੱਲ ਹਕੂਮਤ ਸਾਂਭਣੀ ਆ, ਜਾਂ ਜਿਨ੍ਹਾਂ ਨੇ ਸਾਂਭੀ ਹੋਈ ਆ, ਉਹਨਾਂ ਨੂੰ ਹੱਥਾਂ ਪੈਰਾਂ ਦੀ ਤੇ ਪਈ ਹੋਈ ਆ। ਭਾਵੇਂ ਉਹ ਸ਼ੋਅ ਨਹੀਂ ਕਰਦੇ, ਪਰ ਅੰਦਰੋਂ ਸਾਰੇ ਦੇ ਸਾਰੇ ਡਰੇ ਹੋਏ ਆ ਇਸ ਮੂਵਮੈਂਟ ਤੋਂ, ਕਿ ਇਸ ਮੂਵਮੈਂਟ ਨੇ ਇੱਕ ਜਿਹੜਾ ਚੇਤਨਾ ਦਾ ਦੌਰ ਸ਼ੁਰੂ ਕਰ ਦਿੱਤਾ ਆ, ਉਹ ਪੋਲੀਟੀਕਲ ਪਾਰਟੀਆਂ ਲਈ ਕਾਫੀ ਖਤਰਨਾਕ ਹੈ। ਇਹੋ ਜਿਹੀਆਂ ਚੀਜ਼ਾਂ ਅਸੀਂ ਪੰਜਾਬ 'ਚ ਅੱਜ ਵੇਖੀਆਂ। 36 ਸੈਕਟਰ 'ਚ ਪਹਿਲ ਤੇ ਕੀਤੀ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਚਿੱਠੀ ਲਿਖੀ ਸੀ ਜਥੇਬੰਦੀਆਂ ਨੂੰ ਕਿ ਤੁਹਾਡੇ ਵਰਕਰ ਸਾਨੂੰ ਪਿੰਡਾਂ ਦੇ ਵਿੱਚ ਮਤਲਬ ਤਲਖੀ ਪੈਦਾ ਕਰ ਰਹੇ ਆ, ਤੇ ਇਸ ਕਰਕੇ ਆਪਾਂ ਮਿਲ ਬੈਠ ਕੇ ਕੋਈ ਵਿਚਾਰ ਕਰ ਲਈਏ ਕਿ ਤੁਹਾਡੇ ਸਵਾਲ ਕੀ ਆ ਤੇ ਤੁਸੀਂ ਸਾਡੇ ਕੋਲ ਐਕਸਪੈਕਟ ਕੀ ਕਰਦੇ ਹੋ। ਕਿਸਾਨ ਜਥੇਬੰਦੀਆਂ ਨੇ ਸਿਆਣਪ ਕੀਤੀ, ਉਹਨਾਂ ਕਿਹਾ ਵੀ ਇਕੱਲੇ ਸੁਖਬੀਰ ਬਾਦਲ ਨਹੀਂ, ਕਿਉਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਾਲ ਦੇਤੀ ਤੇ ਅੱਜ ਸੀਗੀ ਮੀਟਿੰਗ। ਹੁਣ ਅਗਲੀ ਗੱਲ ਹੁਣ ਤੁਸੀਂ ਦੱਸ ਦਿਓ ਕਿ ਉੱਥੇ ਕਿੱਦਾਂ ਦੇ ਸਵਾਲ ਹੋਏ, ਕਿੱਦਾਂ ਦੇ ਪੋਲੀਟੀਕਲ ਪਾਰਟੀਆਂ ਨੇ ਜਵਾਬ ਦਿੱਤੇ, ਕਿਹੜੀਆਂ ਗੱਲਾਂ ਤੇ ਸਹਿਮਤੀ ਹੋਈ, ਕਿਹੜੀ ਗੱਲ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ। ਇਹ ਪਹਿਲੀ ਗੱਲ ਤਾਂ ਗਿੱਲ ਸਾਹਿਬ ਬੜੀ ਇਹ ਇੱਕ ਹਾਂ ਪੱਖੀ ਡੈਮੋਕ੍ਰੈਟਿਕ ਡਿਵੈਲਪਮੈਂਟ ਹੋਈ ਆ। ਮੋਗੇ ਵਾਲੀ ਜਿਹੜੀ ਕਨਫਰੰਟੇਸ਼ਨ ਸੀਗੀ ਅਕਾਲੀ ਵਰਕਰਾਂ ਦੀ ਤੇ ਕਿਸਾਨਾਂ ਦੀ, ਉਹਦੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹ ਚਿੱਠੀ ਲਿਖੀ ਸੀਗੀ, ਔਰ ਇਹ ਉਹਨਾਂ ਨੂੰ ਸਮਝਣਾ ਵੀ ਮੈਂ ਚੰਗੀ ਗੱਲ ਉਹਨਾਂ ਨੇ ਕੀਤੀ ਆ। ਉਸ ਤੋਂ ਪਹਿਲਾਂ ਵੀ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਵੀ ਇਹ ਪ੍ਰਪੋਜ਼ ਕੀਤਾ ਸੀਗਾ ਕਿ ਬਈ ਇੱਦਾਂ ਦੀ ਕਨਫਰੰਟੇਸ਼ਨ ਨਾਲੋਂ ਬਿਹਤਰ ਇਹ ਆ ਕਿ ਕਿਸਾਨ ਧਿਰਾਂ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਮਿਲ ਕੇ ਗੱਲ ਕਰ ਲੈਣ। ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਦੋਂ ਚਿੱਠੀ ਲਿਖੀ ਕਿਸਾਨ ਮੋਰਚੇ ਨੂੰ, ਤਾਂ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਇਹ ਕਿਹਾ ਬਈ ਕਿਉਂ ਅਸੀਂ ਕੇਵਲ ਜਿਹੜੇ ਬਾਦਲ ਅਕਾਲੀ ਦਲ ਆ ਉਹਦੇ ਨਾਲ ਹੀ ਮੀਟਿੰਗ ਕਰੀਏ। ਉਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੱਦਾ ਦੇ ਦਿੱਤਾ ਕਿ ਬਈ ਅਸੀਂ ਆਪਣੀ ਜਿਹੜੀ ਨੀਤੀ ਆ ਉਹ ਸਪਸ਼ਟ ਕਰਨਾ ਚਾਹੁੰਦੇ ਹਾਂ, ਤੇ ਤੁਸੀਂ ਆ ਕੇ ਜਵਾਬ ਦਿਓ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ। ਉਹਦੇ ਵਿੱਚ 32 ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਪੰਜਾਬ ਦੀਆਂ, ਉਹਨਾਂ ਸਾਰੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਸ਼ਾਮਲ ਹੋਏ, ਔਰ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਕੱਲੀ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆ ਉਹਦੇ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਕਾਂਗਰਸ ਤੇ ਜਿਹੜੀ ਅਕਾਲੀ ਦਲ ਆ ਜਾਂ ਜਿਹੜੀ ਵੱਡੀ ਪਾਰਟੀ ਗਿਣੀਆਂ ਜਾਂਦੀਆਂ, ਇਹਨਾਂ ਨੂੰ ਅੱਧਾ ਘੰਟਾ ਟਾਈਮ ਦਿੱਤਾ, ਔਰ ਜਿਹੜੀਆਂ ਦੂਸਰੀਆਂ ਪਾਰਟੀਆਂ ਆ ਉਹਨਾਂ ਨੂੰ 20 ਮਿੰਟ ਦਿੱਤੇ, ਔਰ ਸਾਰਿਆਂ ਨੂੰ ਇੱਕ ਸਤਿਕਾਰ ਜਿਹੜਾ ਹੈਗਾ ਤੁਸੀਂ ਸਮਝ ਲਓ ਵੀ ਦਿੱਤਾ ਹੈਗਾ। ਇਹਦੇ ਵਿੱਚ ਜਿਹੜੀਆਂ ਤਾਂ ਪਾਰਟੀਆਂ ਅਦਰ ਦੈਨ ਕਾਂਗਰਸ ਤੇ ਅਕਾਲੀ ਦਲ ਹੈਗੀਆਂ, ਯਾਨੀ ਅਕਾਲੀ ਦਲ ਬਾਦਲ, ਉਹਨਾਂ ਸਾਰੀਆਂ ਨੇ ਇੱਕ ਮੱਤ ਇਹ ਕਹਿਤਾ ਹੈਗਾ
ਕਿ ਬਈ ਇਹ ਜਿਹੜੀ ਗੱਲ ਆ ਜੀ ਬਈ ਅਸੀਂ ਜਿੱਦਾਂ ਕਿਸਾਨ ਕਹਿਣਗੇ ਉਸੇ ਤਰ੍ਹਾਂ ਕਰਾਂਗੇ, ਕਿਉਂਕਿ ਕਿਸਾਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਬਈ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਇਲੈਕਸ਼ਨ ਕੈਂਪੇਨ ਆ ਇਹ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਹੋਣੀ ਚਾਹੀਦੀ ਆ। ਇਹ ਕਾਇਦਾ ਵੀ ਇਹੋ ਹੀ ਆ ਤੇ ਉਹਦੇ ਨਾਲ ਬਹੁਤ ਕੰਪਲਿਕੇਸ਼ਨ ਪੈਦਾ ਹੁੰਦੀਆਂ, ਖਾਸ ਕਰਕੇ ਦੁਬਿਧਾ ਪੈਦਾ ਹੁੰਦੀ ਆ। ਇੱਕ ਬੰਨੇ ਕਿਸਾਨ ਅੰਦੋਲਨ ਚੱਲ ਰਿਹਾ ਤੇ ਇੱਕ ਬੰਨੇ ਨਾਲ ਦੀ ਨਾਲ ਜਿਹੜੀ ਚੋਣਾਂ ਦਾ ਪ੍ਰਚਾਰ ਵੀ ਸ਼ੁਰੂ ਹੋ ਗਿਆ, ਔਰ ਉਹਨਾਂ ਦੀ ਫੀਲਿੰਗ ਇਹ ਆ, ਦਰੁਸਤ ਤੌਰ ਤੇ ਇਹ ਫੀਲਿੰਗ ਆ ਬਈ ਇਹ ਧਿਆਨ ਵੰਡਿਆ ਜਾਂਦਾ ਇਹਦੇ ਨਾਲ। ਸੋ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਜਿਨ੍ਹਾਂ ਦੇ ਵਿੱਚ ਬੀਐਸਪੀ ਵੀ ਆ, ਸੰਯੁਕਤ ਅਕਾਲੀ ਦਲ ਵੀ ਆ, ਲੋਕ ਇਨਸਾਫ ਪਾਰਟੀ ਵੀ ਆ, ਆਮ ਆਦਮੀ ਪਾਰਟੀ ਵੀ ਆ, ਉਹਨਾਂ ਨੇ ਇੱਕਮਤ ਸਾਰਿਆਂ ਨੇ ਕਹਿਤਾ ਕਿ ਅਸੀਂ ਕਿਸਾਨ ਮੋਰਚੇ ਦੀ ਜੋ ਸੁਜੈਸ਼ਨ ਆ ਉਹਦੇ ਨਾਲ ਸਹਿਮਤ ਆ ਤੇ ਅਸੀਂ ਆਪਣੀ ਪਾਰਟੀ ਵੱਲੋਂ ਚੋਣਾਂ ਦਾ ਪ੍ਰਚਾਰ ਉਦੋਂ ਹੀ ਕਰਾਂਗੇ ਜਦੋਂ ਇੱਥੇ ਇਲੈਕਸ਼ਨ ਜਿਹੜੀ ਆ ਉਹਦਾ ਐਲਾਨ ਹੋ ਜਾਂਦਾ। ਪਰੰਤੂ ਅਕਾਲੀ ਦਲ ਨੇ ਤੇ ਜਿਹੜੀ ਕਾਂਗਰਸ ਆ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਆ, ਪਰ ਇਹ ਕਿਹਾ ਵੀ ਅਸੀਂ ਕੇਵਲ ਪਾਰਟੀ ਦੀ ਨੁਮਾਇੰਦਗੀ ਕਰਦੇ ਆ, ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਤੇ ਅਸੀਂ ਆਪਣੀ ਪਾਰਟੀ ਦੀ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ। ਕਿਸਾਨਾਂ ਨੇ ਜਿਹੜੀ ਗੱਲ ਕੀਤੀ ਆ ਉਹਨਾਂ ਨੇ ਇੱਕ ਤਾਂ ਇਹ ਆ ਬਈ ਤੁਸੀਂ ਪਹਿਲਾਂ ਜਿਹੜੀ ਮੁਹਿੰਮ ਆ ਉਹ ਸ਼ੁਰੂ ਨਾ ਕਰੋ। ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਬਈ ਜਿਹੜੇ ਫਰਦਾਂ ਮੰਗੀਆਂ ਸੀਗੀਆਂ ਬਈ ਜਿਹੜੇ ਕਿਸਾਨ ਆ ਉਹ ਫਰਦ ਲਿਆ ਕੇ ਤੇ ਸਬੂਤ ਦੇਣ। ਇਹ ਕਿਸਾਨ ਮੋਰਚੇ ਨੇ ਬਲਬੀਰ ਸਿੰਘ ਰਾਜੇਵਾਲਾ ਹੋਰਾਂ ਨੇ ਕਿਹਾ ਵੀ ਇਹ ਬਿਲਕੁਲ ਗੈਰ ਵਾਜਬ ਆ, ਕਿਉਂਕਿ ਕਈ ਜਿਹੜੀਆਂ ਆ ਮਤਲਬ ਅਜੇ ਤਕਸੀਮਾਂ ਹੋਈਆਂ ਹੀ ਨਹੀਂ ਗਈਆਂ, ਤੀਜੀ ਪੀੜ੍ਹੀ ਆ ਗਈ ਆ ਤੇ ਉਹ ਜਿਹੜੀ ਤੀਸਰੀ ਪੀੜ੍ਹੀ ਵਾਲੇ ਆ ਉਹ ਕਿੱਥੋਂ ਫਰਦ ਦਿਖਾਉਣਗੇ। ਕਈ ਲੋਕ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਫਰਦ ਕਿੱਥੋਂ ਦਿਖਾਉਣੀ ਆ। ਬਹੁਤ ਸਾਰੇ ਲੋਕ ਆ ਜਿਹੜੇ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਆ। ਸੋ ਇਹ ਉਹਨਾਂ ਨੇ ਮੰਗ ਉਠਾਈ ਆ ਔਰ ਇਹਦੇ ਨਾਲ ਪੋਲੀਟੀਕਲ ਪਾਰਟੀਆਂ ਨੇ ਸਹਿਮਤੀ ਵੀ ਪ੍ਰਗਟ ਕੀਤੀ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਹੋਏ ਆ, ਝੂਠੇ ਮੁਕੱਦਮੇ ਆ ਜਿਹੜੇ ਅੰਦੋਲਨ ਦੇ ਦੌਰਾਨ ਹੋਏ ਆ, ਉਹ ਵਾਪਸ ਲਏ ਜਾਣ। ਤੇ ਇਸ ਤਰੀਕੇ ਨਾਲ ਜਿਹੜੀਆਂ ਗੱਲਾਂ ਆ ਉਹਨਾਂ ਨੇ ਕੀਆਂ। ਨਾਲ ਇਹ ਵੀ ਕਿਹਾ ਬਈ ਦੇਖੋ, ਜੇ ਕੋਈ ਬੰਦਾ ਪੋਲੀਟੀਕਲ ਲੀਡਰ ਕਿਸੇ ਖੁਸ਼ੀ ਦੇ ਮੌਕੇ ਤੇ ਵਿਆਹ ਸ਼ਾਦੀ ਤੇ ਜਾਂਦਾ ਜਾਂ ਮਰਨੇ ਪਰਨੇ ਤੇ ਜਾਂਦਾ ਤੇ ਉਹਦੇ ਬਾਰੇ ਅਸੀਂ ਬੜੇ ਸਪਸ਼ਟ ਹਾਂ ਕਿ ਉਹਦਾ ਕੋਈ ਘਰਾਓ ਨਹੀਂ ਕਰਨਾ ਤੇ ਉਹਦੇ ਨਾਲ ਕੋਈ ਇਸ ਕਿਸਮ ਦੀ ਗੱਲ ਨਹੀਂ ਕਰਨੀ। ਪਰ ਨਾਲ ਹੀ ਉਹਨਾਂ ਨੇ ਕਿਹਾ ਆ ਕਿ ਜਿਹੜੇ ਪੋਲੀਟੀਕਲ ਲੀਡਰ ਆ ਉਹ ਵੀ ਧਿਆਨ ਰੱਖਣ ਵੀ ਉਹ ਇਸ ਮੌਕੇ ਨੂੰ ਆਪਣੇ ਪੋਲੀਟੀਕਲ ਮਫਾਦ ਵਾਸਤੇ ਨਾ ਵਰਤਣ। ਤੇ ਬਾਕੀ ਪ੍ਰਗਟ ਸਿੰਘ ਹੋਰਾਂ ਨੇ ਜਿਹੜੀ ਗੱਲ ਕੀਤੀ ਬਈ ਦੇਖੋ ਡਿਵੈਲਪਮੈਂਟ ਦੇ ਕੰਮ ਚੱਲਦੇ ਆ, ਕਿਤੇ ਕੋਈ ਉਦਘਾਟਨ ਕਰਨਾ, ਕਿਤੇ ਗ੍ਰਾਂਟ ਦੇਣੀ ਆ, ਤਾਂ ਇਹਦੇ ਬਾਰੇ ਕਿਸਾਨਾਂ ਨੇ ਕਿਹਾ ਵੀ ਜਿਹੜਾ ਉਦਘਾਟਨ ਕਰਨਾ ਜਾਂ ਗ੍ਰਾਂਟ ਦੇਣੀ ਆ, ਗ੍ਰਾਂਟ ਤਾਂ ਸਰਕਾਰ ਨੇ ਦੇਣੀ ਆ ਤੇ ਸਰਕਾਰ ਦੇ ਅਧਿਕਾਰੀਆਂ ਨੇ ਵਰਤਣੀ ਆ। ਜੇ ਕਿਸੇ ਵਜ਼ੀਰ ਨੇ ਜਾਂ ਐਮਐਲਏ ਨੇ ਜਾਣਾ ਆ ਤੇ ਉਹ ਉੱਥੇ ਚਲ ਬਸ਼ੱਕ ਜਾਵੇ, ਪਰ ਗੱਜ ਵੱਜ ਕੇ ਕੋਈ ਇਕੱਠ ਵੱਟ ਕਰਨ ਵਾਲਾ ਜਿਹੜਾ ਕੰਮ ਆ ਉਹ ਨਾ ਕੀਤਾ ਜਾਵੇ। ਸੋ ਇਹ ਇੱਕ ਬਹੁਤ ਚੰਗੀ ਡਿਵੈਲਪਮੈਂਟ ਆ ਕਿ ਜਿਹਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਉਹਦੇ ਲਈ ਸਾਰਿਆਂ ਨੇ ਫਿਕਰਮੰਦੀ ਕੀਤੀ ਆ, ਕਿਸਾਨਾਂ ਦੀ ਵੀ ਫਿਕਰਮੰਦੀ ਆ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਉਹਨਾਂ ਨੇ ਵੀ ਆਪਣੀ ਫਿਕਰਮੰਦੀ ਜ਼ਾਹਰ ਕੀਤੀ ਆ। ਔਰ ਖਾਸ ਕਰਕੇ ਜਿਹੜਾ ਇਹ ਸੀਗਾ ਬਈ ਕਾਂਗਰਸ ਵਾਲੇ ਪਤਾ ਨਹੀਂ ਜਾਣਗੇ ਕਿ ਨਹੀਂ ਜਾਣਗੇ, ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਹਿਲਾਂ ਹੀ ਸਪਸ਼ਟ ਕਰਤਾ ਸੀਗਾ ਕਿ ਮੇਰੀ ਪ੍ਰਧਾਨਗੀ ਹੇਠ, ਮੇਰੀ ਅਗਵਾਈ ਹੇਠ ਟੀਮ ਜਿਹੜੀ ਆ ਜਾਏਗੀ। ਤੇ ਉਹ ਪ੍ਰਗਟ ਸਿੰਘ ਜਿਹੜੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਆ ਉਹਨਾਂ ਨੂੰ ਨਾਲ ਲੈ ਕੇ ਔਰ ਕੁਲਜੀਤ ਸਿੰਘ ਨਾਗਰਾ ਜਿਹੜੇ ਆਲ ਇੰਡੀਆ ਲੀਡਰਸ਼ਿਪ ਨਾਲ ਵੀ ਚੰਗਾ ਰਾਬਤਾ ਰੱਖਦੇ ਆ। ਤੇ ਤਿੰਨੇ ਹੀ ਲੀਡਰ ਜਿਹੜੇ ਆ ਇਹ ਇੱਕ ਰੈਪੂਟੇਸ਼ਨ ਵਾਲੇ ਲੀਡਰ ਨੇ, ਨਵਜੋਤ ਸਿੱਧੂ ਵੀ, ਪ੍ਰਗਟ ਸਿੰਘ ਵੀ ਔਰ ਕੁਲਜੀਤ ਸਿੰਘ ਨਾਗਰਾ ਵੀ। ਤੇ ਇਹਨਾਂ ਨੇ ਉੱਥੇ ਆਪਣਾ ਵਿਚਾਰ ਜਿਹੜਾ ਉਹ ਪੇਸ਼ ਕੀਤਾ ਆ ਔਰ ਜਿਹੜੀ ਡਿਸਕਸ਼ਨ ਹੋਈ ਆ ਉਹਦੇ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਆਪਣੇ
ਜਿਹੜੇ ਉਹਨਾਂ ਦੇ ਸੀਨੀਅਰ ਮੋਸਟ ਲੀਡਰ ਨੇ, ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਭੂੰਦੜ ਆ, ਮਹੇਸ਼ਿੰਦਰ ਗਰੇਵਾਲ ਆ, ਨਾਲ ਉਹਨਾਂ ਦੇ ਚੰਦੂ ਮਾਜਰਾ, ਉਹ ਵੀ ਸੀਨੀਅਰ ਲੀਡਰ ਨੇ, ਤੇ ਆਪਣੇ ਦਲਜੀਤ ਸਿੰਘ ਚੀਮਾ ਜੀ। ਸੋ ਮਤਲਬ ਇਹ ਸੰਜੀਦਗੀ ਜਿਹੜੀ ਆ ਉਹ ਮੈਂ ਮਹਿਸੂਸ ਕਰਦਾ ਬਈ ਸਾਰੇ ਪੰਜਾਬੀਆਂ ਦੀ, ਰਾਜਨੀਤਿਕ ਪਾਰਟੀਆਂ ਦੀ ਵੀ ਤੇ ਕਿਸਾਨਾਂ ਦੀ ਵੀ, ਇਹਦੇ ਵਿੱਚ ਸੰਜੀਦਗੀ ਇਸ ਗੱਲ 'ਚ ਦਿਖਾਈ ਦਿੱਤੀ ਆ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਦੇ ਉੱਤੇ ਕਿਸਾਨ ਮੋਰਚੇ ਨੇ ਗੌਰ ਕੀਤਾ, ਔਰ ਜਿਹੜਾ ਕਿਸਾਨ ਮੋਰਚਾ ਹੈਗਾ ਉਹਦੀ ਜਿਹੜੀ ਸਮਝ ਹੈਗੀ ਆ, ਉਹਦੀ ਜਿਹੜੀ ਰਿਕੁਐਸਟ ਆ, ਉਹਨੇ ਜਿਹੜੀ ਸਲਾਹ ਦਿੱਤੀ ਆ, ਉਹਦੇ ਉੱਤੇ ਪੋਲੀਟੀਕਲ ਪਾਰਟੀਆਂ ਨੇ ਫੁੱਲ ਚੜਾਏ ਆ। ਮੈਂ ਇਹ ਮਹਿਸੂਸ ਕਰਦਾ ਕਿ ਇਹ ਪੰਜਾਬੀਆਂ ਵਾਸਤੇ ਇੱਕ ਬਹੁਤ ਵਧੀਆ ਡਿਵੈਲਪਮੈਂਟ ਆ ਕਿ ਪੰਜਾਬੀ ਜਿਹੜੇ ਆ ਉਹ ਸੱਚੀ ਮੁੱਚੀ ਇਸ ਗੱਲ ਤੇ ਆਏ ਆ ਕਿ ਅਸੀਂ ਆਪਣੇ ਮੁੱਦੇ ਵੀ ਉਠਾਈਏ, ਪਰੰਤੂ ਇਹਦੇ ਨਾਲ ਕੋਈ ਟਕਰਾਓ ਨਾ ਹੋਵੇ, ਔਰ ਪੰਜਾਬ ਦਾ ਜਿਹੜਾ ਕਿਸਾਨ ਆ ਇਹਨੂੰ ਸਾਰਿਆਂ ਨੇ ਸਪੋਰਟ ਕੀਤਾ। ਔਰ ਇੱਕ ਗੱਲ ਬਹੁਤ ਵਧੀਆ ਗਿੱਲ ਸਾਹਿਬ, ਲੋਕਾਂ ਨੂੰ ਦਿਸਦਾ ਨਹੀਂਗਾ, ਕਈਆਂ ਨੂੰ, ਉਹ ਕਹਿੰਦੇ ਆ ਜੀ ਕਿਸਾਨ ਦਿੱਲੀ ਦੀਆਂ ਬੂਹਾਂ ਤੇ ਬੈਠੇ ਰਹਿਣਗੇ, ਕੀ ਹੋਊਗਾ ਤਾਂ ਇੱਥੋਂ ਦਿਖਾਈ ਦਿੰਦਾ ਆ ਕਿ ਇਸ ਵੇਲੇ ਕਿਸਾਨ ਰਾਜ ਕਰ ਰਹੇ ਆ। ਬਿਲਕੁਲ, ਕਿਸਾਨਾਂ ਦੀ ਰਿੱਟ ਚੱਲਦੀ ਆ, ਕਿਸਾਨਾਂ ਦਾ ਹੁਕਮ ਚੱਲਦਾ ਆ, ਨਹੀਂ ਤਾਂ ਇਹ ਪੋਲੀਟੀਕਲ ਪਾਰਟੀਆਂ ਕਿਸੇ ਦੇ ਕਾਬੂ ਆਉਂਦੀਆਂ। ਸੋ ਇਹ ਇੱਕ ਬਹੁਤ ਵਧੀਆ, ਮੈਂ ਕਹਿੰਦਾ ਇੱਕ ਇਤਿਹਾਸਕ ਜਿਹੜੀ ਆ ਨਾ ਇਹ ਗੱਲ ਹੋਈ ਆ ਬਈ ਕਿਸਾਨ ਮੋਰਚੇ ਦੇ ਆਗੂ ਤੇ ਪੋਲੀਟੀਕਲ ਪਾਰਟੀਆਂ ਦੇ ਆਗੂ ਜਿਹੜੇ ਆ ਉਹ ਇਕੱਠੇ ਹੋਏ ਆ, ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਆ। ਬਾਦਲ ਦਲ ਤੇ ਕਾਂਗਰਸ ਨੇ ਵੀ ਕੋਈ ਨਾ ਪੱਖੀ ਗੱਲ ਨਹੀਂ ਕੀਤੀ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਇਹ ਸਲਾਹ ਕਰਾਂਗੇ, ਤੇ ਬਾਕੀ ਜਿਹੜੀਆਂ ਪਾਰਟੀਆਂ ਆ ਜਿਨ੍ਹਾਂ 'ਚ ਲੈਫਟ ਦੀਆਂ ਪਾਰਟੀਆਂ ਵੀ ਆ, ਲੋਕ ਇਨਸਾਫ ਪਾਰਟੀ ਵੀ ਆ, ਆਮ ਆਦਮੀ ਪਾਰਟੀ ਵੀ ਆ, ਸੰਯੁਕਤ ਅਕਾਲੀ ਦਲ ਵੀ ਆ, BSP ਵੀ ਆ, ਆਖਰਕਾਰ ਇਹ ਵੀ ਤੇ ਕਿੰਨਾ ਕਾਫੀ ਸਾਰੇ ਹਿੱਸੇ ਨੂੰ ਪੰਜਾਬ ਦੇ ਨੂੰ ਰਿਪਰੈਜ਼ੈਂਟ ਕਰਦੇ ਆ। ਸੋ ਇਹ ਮੈਂ ਕਹਿੰਦਾ ਜੀ ਗਿੱਲ ਸਾਹਿਬ ਇੱਕ ਬਹੁਤ ਵਧੀਆ ਜਿਹੜਾ ਨਾ ਵਾਕਿਆ ਜਿਹੜਾ ਹੋਇਆ ਹੈਗਾ, ਤੇ ਇਹਦੇ ਲਈ ਦੋਵੇਂ ਧਿਰਾਂ ਵਧਾਈ ਦੀਆਂ ਪਾਤਰ ਆ, ਕਿਸਾਨ ਸੰਯੁਕਤ ਕਿਸਾਨ ਮੋਰਚਾ ਵੀ ਤੇ ਰਾਜਨੀਤਿਕ ਪਾਰਟੀਆਂ ਵੀ। ਜੀ ਪੈਸਾ ਬਿਲਕੁਲ ਤੁਸੀਂ ਦਰੁਸਤ ਸਾਰੀ ਡਿਟੇਲ ਦੇਤੀ ਆ, ਔਰ ਉਮੀਦ ਕਰਾਂਗੇ ਕਿ ਜਿਹੜੀਆਂ ਪੋਲੀਟੀਕਲ ਲੀਡਰਸ਼ਿਪ ਹੈ ਉਹ ਆਪਣੀ ਆਦਤ ਮੁਤਾਬਕ ਵਾਅਦਿਆਂ ਤੋਂ ਮੁੱਕਰਨ ਵਾਲੇ ਕੰਮ ਜਿਹੜੇ ਆ ਉਹ ਕਰਨੇ ਬੰਦ ਕਰ ਦੇਵੇ। ਨਾਲ ਦੀ ਨਾਲ ਕਿਸਾਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਮੈਨੀਫੈਸਟੋ ਆ ਉਹਨੂੰ ਲੀਗਲ ਦਸਤਾਵੇਜ਼ ਜੇ ਬਣਾ ਸਕੇ ਤਾਂ ਬਹੁਤ ਚੰਗਾ। ਇੱਕ ਵਿਚਾਰ ਇਹ ਵੀ ਆਇਆ ਉਹ ਆਲ ਇੰਡੀਆ ਪੱਧਰ ਤੇ ਅਗਰ ਹੋ ਜਾਂਦਾ ਆ ਕਿਤੇ ਨਾ ਕਿਤੇ, ਜੋ ਅਜੇ ਇਹਨਾਂ ਮੁਲਕਾਂ 'ਚ ਵੀ ਨਹੀਂ ਹੋਇਆ ਕਿ ਉਹ ਲੀਗਲ ਦਸਤਾਵੇਜ਼ ਹੋਵੇ, ਤਾਂ ਫਿਰ ਇੱਕ ਬਹੁਤ ਵਧੀਆ ਜਿਹੜੀ ਆ ਇਹ ਵੀ ਪ੍ਰਾਪਤੀ ਹੋਏਗੀ, ਕਿਉਂਕਿ ਲੀਡਰਸ਼ਿਪ ਜਿਹੜੀ ਆ ਇਹਨਾਂ ਦੇ ਵਾਅਦਿਆਂ ਦੇ ਉੱਤੇ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਤੇ ਹੱਥ 'ਚ ਗੁਟਕੇ ਫੜ ਕੇ ਵੀ ਮੁੱਕਰ ਜਾਂਦੇ ਆ ਕਾਲੋ ਸਾਹਿਬ, ਤੇ ਵੱਡੀਆਂ ਗੱਪਾਂ ਰੇਡ ਆਉਂਦੇ ਆ ਮੀਟਿੰਗਾਂ ਦੇ ਵਿੱਚ, ਤੇ ਮਗਰੋਂ ਕਾਰਜਕਾਰੀ ਇਹਨਾਂ ਦੀ ਜ਼ੀਰੋ ਹੁੰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਿਸਾਨ ਆਗੂਆਂ ਨੂੰ ਵੀ, ਕਿਸਾਨ ਪੰਜਾਬ ਦੇ ਵੋਟਰਾਂ ਨੂੰ ਵੀ ਨਿਗਾਹ ਰੱਖਣੀ ਪਏਗੀ ਕਿ ਇਹ ਪੋਲੀਟੀਕਲ ਲੋਕ ਕਹਿਣੀ ਤੇ ਕਰਨੀ ਦੇ ਬੜੇ ਹੇਰ ਫੇਰ ਰੱਖਦੇ ਹੁੰਦੇ ਆ, ਇਹਨਾਂ ਦੇ ਉੱਤੇ ਨਿਗਾਹ ਜਿਹੜੀ ਆ ਉਹ ਰੱਖਣੀ ਪਏਗੀ, ਔਰ ਦਬਾਅ ਇਦਾਂ ਹੀ ਬਣਿਆ ਰਹਿਣਾ ਚਾਹੀਦਾ ਤਾਂ ਕਿ ਪੰਜਾਬ ਦੇ ਚੰਗੇ ਭਵਿੱਖ ਲਈ, ਪੰਜਾਬ ਦੀ ਆਰਥਿਕ ਖੁਸ਼ਹਾਲੀ ਲਈ, ਪੰਜਾਬ ਦੇ ਭਾਈਚਾਰੇ ਲਈ ਅਗਲੇ ਜਿਹੜੇ ਸਮਾਂ ਆ ਉਹ ਚੰਗਾ ਆ ਸਕੇ। ਇਹਦੇ ਲਈ ਗਿੱਲ ਸਾਹਿਬ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਆ। ਇਹ ਜਿਹੜਾ ਕਿਸਾਨਾਂ ਨੇ ਮੁੱਦਾ ਉਠਾਇਆ ਨਾ, ਦੇਖੋ ਕਿਸਾਨ ਲੀਡਰਸ਼ਿਪ ਹੁਣ ਕਿੰਨੀ ਸਿਆਣੀ ਹੋ ਗਈ ਆ ਤਜਰਬੇ ਦੇ ਵਿੱਚ ਕਿ ਉਹ ਹਰ ਉਹ ਮੁੱਦਾ ਉਠਾ ਰਹੀ ਆ ਜਿਨ੍ਹਾਂ ਮੁੱਦਿਆਂ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਗੱਲਾਂ ਤਾਂ ਹੁੰਦੀਆਂ ਰਹੀਆਂ, ਪਰੰਤੂ ਇਹ ਮੁੱਦੇ ਉਠਾਏ ਨਹੀਂ ਗਏ। ਔਰ ਇਹ ਜਿਹੜਾ ਲੀਗਲ ਡਾਕੂਮੈਂਟ ਬਣਾਉਣ ਵਾਲੀ ਗੱਲ ਆ, ਤੁਹਾਡੀ ਗੱਲ ਠੀਕ ਹੈਗੀ ਆ ਕਿ ਇਹ ਕੱਲ ਨੂੰ ਜੇ ਲੀਗਲ ਡਾਕੂਮੈਂਟ ਬਣਦਾ ਕਿ ਨਹੀਂ ਬਣਦਾ, ਪਰ ਇਹ ਗੱਲ ਜਿਹੜੀ ਆ ਸਪਸ਼ਟ ਹੋ ਗਈ ਕਿ ਝੂਠੇ ਵਾਅਦੇ ਕਰਨ ਤੋਂ ਲੋਕ ਜਿਹੜੇ ਆ ਉਹ ਦੁਖੀ ਸੀਗੇ ਕਿ ਲੀਡਰ ਵਾਅਦੇ ਕੋਈ ਕਰਦੇ ਆ, ਕਰਦੇ ਕੁਝ ਵੀ ਨਹੀਂ। ਇੱਕ ਸਾਡਾ ਜਿਹੜਾ ਕੇਂਦਰੀ ਲੀਡਰ ਹੈਗਾ ਉਹਨੇ ਵਾਅਦਾ ਕੀਤਾ ਵੀ ਇੰਨੇ ਪੈਸੇ ਜਿਹੜੇ ਆ ਉਹ ਖਾਤਿਆਂ 'ਚ ਜਮ੍ਹਾਂ ਹੋ ਜਾਣਗੇ, ਤੇ ਬਾਅਦ 'ਚ ਕਿਹਾ ਵੀ ਉਹ ਤਾਂ ਇੱਕ ਚੋਣ ਦਾ ਜਿਹੜਾ ਜੀ ਚੁਣਾਵੀ ਜੁਮਲਾ ਸੀ ਜੀ। ਸੋ ਹੁਣ ਜਿਹੜੇ ਚੁਣਾਵੀ ਜੁਮਲੇ ਆ ਜੀ ਉਹ ਵੀ ਉਹਨਾਂ ਨੂੰ ਵੀ ਨੱਥ ਪਏਗੀ, ਔਰ ਲੀਡਰ ਜਿਹੜੇ ਆ ਉਹ ਵਾਅਦੇ ਸੋਚ ਸਮਝ ਕੇ ਕਰਨਗੇ, ਔਰ ਧਰਤੀ ਦੇ ਉੱਤੇ ਰਹਿਣ ਲਈ ਉਹਨਾਂ ਨੂੰ ਕਿਸਾਨ ਮੋਰਚਾ ਜਿਹੜਾ ਉਹ ਮਜਬੂਰ ਕਰੇਗਾ। ਔਰ ਇਹ ਇੱਕ ਬਹੁਤ ਚੰਗੀ ਡਿਵੈਲਪਮੈਂਟ ਆ। ਮੈਂ ਸਮਝਣਾ ਵੀ ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਜਿਹੜਾ ਅੰਦੋਲਨ ਹੈਗਾ, ਇਹਦੀਆਂ ਕਿੰਨੀਆਂ ਪਰਤਾਂ ਨੇ, ਇਹਦੀਆਂ ਕਿੰਨੀਆਂ ਪ੍ਰਾਪਤੀਆਂ ਨੇ, ਇਹ ਇਤਿਹਾਸ ਦੇ ਵਿੱਚ
ਕਿਸ ਕਿਸਮ ਦਾ ਮੋੜ ਲਿਆਏਗਾ ਇਹ ਆਉਣ ਵਾਲੇ ਦਿਨਾਂ 'ਚ ਤੇ ਦਿਖਣਾ ਹੀ ਆ। ਇਹ ਗਿੱਲ ਸਾਹਿਬ ਅੱਜ ਵੀ ਦਿਖਾਈ ਦੇ ਰਿਹਾ। ਔਰ ਤੁਸੀਂ ਇੱਕ ਪ੍ਰੋਗਰਾਮ 'ਚ ਹਿੱਸਾ ਲਿਆ ਸੀਗਾ, ਇੱਕ ਮਤਲਬ ਟੀਵੀ ਨੇ ਜਿਹੜਾ ਕੀਤਾ ਸੀਗਾ, ਉਹਦੇ ਵਿੱਚ ਵੀ ਇਹੀ ਗੱਲ ਆਉਂਦੀ ਹੈਗੀ ਆ ਕਿ ਕਿਸਾਨ ਮੋਰਚਾ ਇਸ ਵੇਲੇ ਜਿਹੜਾ ਆ ਉਹ ਲੋਕਾਂ ਦੇ ਦਿਲ ਦਿਮਾਗ ਦੇ ਉੱਤੇ ਛਾਇਆ ਪਿਆ ਔਰ ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਉਹ ਸਾਰੇ ਗਲੋਬ ਦੇ ਉੱਤੇ ਜਿੱਥੇ ਜਿੱਥੇ ਕੇਵਲ ਪੰਜਾਬੀ ਜਾਂ ਭਾਰਤੀ ਹੀ ਨਹੀਂ ਰਹਿੰਦੇ, ਜਿੱਥੇ ਜਿੱਥੇ ਵੀ ਕਿਸਾਨੀ ਰਹਿੰਦੀ ਆ, ਉਹ ਭਾਵੇਂ ਅਮਰੀਕਾ ਦੀ ਕਿਸਾਨੀ ਆ, ਭਾਵੇਂ ਕੈਨੇਡਾ ਦੀ ਆ, ਭਾਵੇਂ ਅਫਰੀਕਾ ਦੀ ਆ। ਸੋ ਇਹ ਕਿਸਾਨੀ ਅੰਦੋਲਨ ਨੂੰ ਅਸੀਂ ਸਲੂਟ ਕਰਦੇ ਹਾਂ ਕਿ ਜਿਨ੍ਹਾਂ ਨੇ ਖਾਸ ਕਰਕੇ ਜਿਹੜੀ ਕਿਸਾਨ ਲੀਡਰਸ਼ਿਪ ਆ ਉਹਨਾਂ ਨੇ ਬੜੀ ਸਿਆਣਪ ਨਾਲ ਮੋਰਚੇ ਦੀ ਅਗਵਾਈ ਕੀਤੀ ਆ ਔਰ ਬੜੀ ਸਿਆਣਪ ਨਾਲ ਮੋਰਚੇ ਦੀ ਅਗਵਾਈ ਕਰ ਰਹੇ ਆ ਔਰ ਬਹੁਤ ਸੋਹਣੇ ਇਸ਼ੂ ਜਿਹੜੇ ਆ ਉਹ ਉਠਾ ਰਹੇ ਆ। ਜਿਹੜੀਆਂ ਬਹੁਤ ਰਾਜਨੀਤਿਕ ਪਾਰਟੀਆਂ ਆਪਣੇ ਆਪ ਨੂੰ ਲੋਕ ਪੱਖੀ ਵੀ ਕਹਿੰਦੀਆਂ ਸੀਗੀਆਂ, ਉਹਨਾਂ ਕੋਲੋਂ ਜੋ ਨਹੀਂ ਹੋ ਸਕਿਆ ਇੰਨੇ ਸਾਲਾਂ ਦੇ ਵਿੱਚ, ਉਹ ਕਿਸਾਨ ਮੋਰਚੇ ਨੇ 2 ਸਾਲਾਂ ਦੇ ਵਿੱਚ ਕਰਕੇ ਦਿਖਾ ਦਿੱਤਾ। ਬਹੁਤ ਬਹੁਤ ਸ਼ੁਕਰੀਆ ਕਾਨੋ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਇਹ ਅੰਦੋਲਨ ਹੀ ਆ ਜਿਹੜੇ ਲੋਕਾਂ ਨੂੰ ਇੱਕ ਨਵੀਂ ਸੇਧ ਦਿੰਦੇ ਆ, ਨਹੀਂ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਗਰਕ ਹੋ ਜਾਂਦੀਆਂ ਨੇ ਆਪਣੇ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਪੈਸਾ ਇਕੱਠਾ ਕਰਨ ਵਿੱਚ ਤੇ ਕੁਝ ਇੱਕ ਹੋਰ ਉਹਨਾਂ ਦੇ ਜਿਹੜੇ ਵੈਸਟਰਨ ਇੰਟਰਸਟ ਹੁੰਦੇ ਆ ਉਹਨਾਂ ਵਾਲੇ ਪਾਸੇ ਨੂੰ। ਸੋ ਅੰਦੋਲਨ ਹਮੇਸ਼ਾ ਹੀ ਪੋਜ਼ਿਟਿਵਿਟੀ ਲੈ ਕੇ ਆਉਂਦੇ ਨੇ ਤੇ ਇਹ ਅੰਦੋਲਨ ਜਿਹੜਾ ਆ ਭਾਰਤ ਲਈ ਇੱਕ ਮੀਲ ਪੱਥਰ ਜਿਹੜਾ ਉਹ ਸਾਬਤ ਹੋਏਗਾ, ਜਿਵੇਂ ਤੁਸੀਂ ਕਹਿ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ। ਬਹੁਤ ਮਿਹਰਬਾਨੀ।